किताब विपरण की रीत तो सच दा मार्ग भाग चौथा। लेखक सरदार गुरबख्श सिंह काला अफगाना। पहले कांड दा 24वां भाग। कि कबीर साहब मुसलमान सन। वाहिगुरू जी का खालसा वाहिगुरू जी की फतेह। ਇਹ ਲੇਖ ਲਿਖਣ ਦੀ ਦਾਸ ਨੂੰ ਕੋਈ ਲੋੜ ਨਹੀਂ ਸੀ ਪੈਣੀ ਜੇ ਇਸ ਵਿਸ਼ੇ ਨੂੰ ਅਜਿਹੇ ਪ੍ਰਚਾਰਕਾਂ ਅਤੇ ਕਥਾਕਾਰਾਂ ਨੇ ਨਾ ਛੇੜਿਆ ਹੋਇਆ ਹੁੰਦਾ, ਜਿਨ੍ਹਾਂ ਨੂੰ ਉੱਚ ਕੋਟੀ ਦੇ ਵਿਦਵਾਨ ਮੰਨ ਕੇ ਪੰਥ ਵਿੱਚ ਥਾਂ ਥਾਂ ਨਿਵਾਜਿਆ ਜਾ ਰਿਹਾ ਹੈ, ਜਿਨ੍ਹਾਂ ਦੀ ਹਰ ਗੱਲ ਸੰਗਤ ਲਈ ਗੁਰਮਤਿ ਦਾ ਸਿਧਾਂਤ ਸਮਝੀ ਜਾਂਦੀ ਹੋਵੇ, ਜਦ ਉਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅੰਤ ਫਰਮਾਨਾਂ ਨੂੰ ਅਤੇ ਭਾਈ ਗੁਰਦਾਸ ਜੀ ਦੇ ਸਪਸ਼ਟ ਫਤਵੇ ਨੂੰ ਅਰਥਹੀਣ ਸਮਝਣ ਲੱਗ ਪੈਣ, ਤਦ ਪੰਥ ਵਿੱਚ ਸਭ ਅੱਛਾ ਕਿਵੇਂ ਮੰਨ ਲਿਆ ਜਾਵੇ। ਅਜਿਹੇ ਹੀ ਇੱਕ ਬੜੇ ਸਨਮਾਨਯੋਗ ਵਿਦਵਾਨ ਲਿਖਾਰੀ, ਜੋ ਕਿਸ਼ੋਰ ਅਵਸਥਾ ਤੋਂ ਗੁਰਮਤਿ ਪ੍ਰਚਾਰ ਨੂੰ ਆਪਣਾ ਪੇਸ਼ਾ ਬਣਾਈ ਬੈਠੇ ਹਨ, ਦਿਆਂ ਭਾਸ਼ਣਾਂ ਦੀਆਂ ਟੇਪਾਂ ਵਿੱਚ ਇੱਕ ਅਜਿਹੀ ਟੇਪ ਬਾਜ਼ਾਰ ਵਿੱਚ ਵਿਕਦੀ ਹੈ, ਜਿਸ ਵਿੱਚ ਉਹਨਾਂ ਨੇ ਭਗਤ ਰਵਿਦਾਸ ਜੀ ਦੀ ਬਾਣੀ ਦੀ ਇੱਕ ਤੁਕ ਨੂੰ ਆਧਾਰ ਮੰਨ ਕੇ ਇਹ ਫਰਮਾਨ ਕੀਤਾ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਫਰਮਾਨ ਦੇ ਹੁੰਦਿਆਂ ਹੋਇਆਂ ਕਿਵੇਂ ਕਿਹਾ ਜਾ ਸਕਦਾ ਹੈ ਕਿ ਕਬੀਰ ਸਾਹਿਬ ਮੁਸਲਮਾਨ ਨਹੀਂ ਸਨ। ਪੰਥ ਵਿੱਚ ਸਤਿਕਾਰੇ ਜਾਣ ਵਾਲੇ ਅਜਿਹੇ ਵਿਦਵਾਨ ਦੇ ਬਚਨ ਸੁਣ ਲੈਣ ਉਪਰੰਤ ਭਰਮ ਬਣ ਜਾਂਦਾ ਹੈ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਫਰਮਾਨ ਜੋ ਉੱਪਰ ਵਿਚਾਰੇ ਗਏ ਹਨ ਅਤੇ ਜਿਨ੍ਹਾਂ ਵਿੱਚੋਂ ਕਈ ਗੁਰੂ ਸ਼ਬਦਾਂ ਦੀ ਸੂਚੀ ਇਸ ਵਿਸ਼ੇ ਦੀ ਅਖੀਰ ਵਿੱਚ ਦਿੱਤੀ ਹੋਈ ਹੈ, ਅਰਥਹੀਣ ਹਨ। ਵਿਦਵਾਨ ਧਰਮ ਆਗੂ ਜੀ ਨੇ ਆਪਣੀ ਦਲੀਲ ਨੂੰ ਗੁਰਮਤਿ ਸਿੱਧ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚਲਾ ਜਿਹੜਾ ਗੁਰੂ ਫਰਮਾਨ ਬੜੇ ਅਸਰਦਾਰ ਢੰਗ ਨਾਲ ਬਾਰ-ਬਾਰ ਉਚਾਰਨ ਕੀਤਾ ਹੋਇਆ ਹੈ, ਉਹ ਇਸ ਪ੍ਰਕਾਰ ਹੈ। ਜਾ ਕੈ ਈਦ ਬਕਰੀਦ ਕੁਲ ਗਊ ਰੇ ਬਧ ਕਰੈ, ਮਾਨੇ ਸੇਖ ਸ਼ਹੀਦ ਪੀਰਾ, ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ, ਤੇਹੂ ਰੇ ਲੋਕ ਪ੍ਰਸਿੱਧ ਕਬੀਰਾ। ਪੰਨਾ 1293। ਇਹ ਤੁਕ ਬਾਰ-ਬਾਰ ਪੜ੍ਹ ਕੇ ਬੜੇ ਤਜਰਬੇਕਾਰ ਉਪਦੇਸ਼ਕ ਜੀ ਇਹ ਕਹਿ ਰਹੇ ਹਨ ਕਿ ਭਗਤ ਰਵਿਦਾਸ ਜੀ ਨੇ ਸਾਫ਼ ਕਹਿ ਦਿੱਤਾ ਹੈ ਕਿ ਕਬੀਰ ਸਾਹਿਬ ਜੀ ਦੇ ਖਾਨਦਾਨ ਵਿੱਚ ਗਊ ਮਾਰ ਕੇ ਖਾਂਦੇ ਹਨ, ਈਦ ਬਕਰੀਦ ਮਨਾਉਂਦੇ ਸਨ ਅਤੇ ਪੀਰਾਂ ਫਕੀਰਾਂ ਦੇ ਜਾਂਦੇ ਸਨ, ਸੋ ਕਬੀਰ ਜੀ ਮੁਸਲਮਾਨ ਸਨ। ਗਿਆਨੀ ਜੀ ਦਾ ਫਤਵਾ ਹੈ ਕਿ ਇਸ ਸ਼ਬਦ ਦੇ ਹੁੰਦਿਆਂ ਉਹਨਾਂ ਨੂੰ ਹਿੰਦੂ ਮੰਨਣਾ ਅਗਿਆਨਤਾ ਹੈ। ਸਨਮਾਨਿਤ ਉਪਦੇਸ਼ਕ ਜੀ ਸ਼ਾਇਦ ਸਤਿਗੁਰੂ ਨਾਨਕ ਸਾਹਿਬ ਜੀ ਦੇ ਇਸ ਫਰਮਾਨ ਨੂੰ ਵਿਚਾਰ ਵਿੱਚ ਲਿਆਉਣਾ ਵਿਸਰ ਗਏ ਹੋਣਗੇ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਰਹਾਓ। ਪੰਨਾ 349। ਨਹੀਂ ਤਾਂ ਭਲਾ ਇਹ ਕਿਵੇਂ ਸਮਝਿਆ ਜਾਵੇ ਕਿ ਕਿਸੇ ਸੁਹਿਰਦ ਗੁਰਮੁਖ ਸੱਜਣ ਦਾ ਕੋਈ ਵੀ ਵਿਚਾਰ ਗੁਰਮਤਿ ਦੇ ਆਸ਼ੇ ਤੋਂ ਵਿਰੁੱਧ ਬਣ ਸਕੇ। ਕੱਟੜਵਾਦੀ ਮੁਸਲਮਾਨਾਂ ਦੀ ਹਕੂਮਤ ਵਿੱਚ ਕੁਰਾਨ ਦੀ ਸ਼ਰ੍ਹਾ ਦੇ ਵਿਰੁੱਧ ਕੁਝ ਬੋਲਣ ਵਾਲੇ ਨੂੰ ਬੜੇ ਸਖਤ ਤਸੀਹੇ ਦੇਣ ਉਪਰੰਤ ਕਤਲ ਕਰਕੇ ਉਸ ਦਾ ਘਰ ਘਾਟ ਫੂਕ ਦਿੱਤਾ ਜਾਂਦਾ ਸੀ। ਪਾਠਕਾਂ ਨੇ ਪੁਸਤਕ ਦੇ ਪਹਿਲੇ ਭਾਗ ਵਿੱਚ ਪੜ੍ਹਿਆ ਹੈ ਕਿ ਜਦ ਕੋਈ ਸ਼ੂਦਰ ਵਾਹਿਗੁਰੂ ਦਾ ਭਗਤ ਬਣ ਜਾਂਦਾ ਸੀ ਤਾਂ ਬ੍ਰਾਹਮਣਾਂ ਦੇ ਪੁੱਤਰ ਮਰਨੇ ਸ਼ੁਰੂ ਹੋ ਜਾਂਦੇ ਸਨ। ਕਬੀਰ ਸਾਹਿਬ ਦੇ ਵੇਲੇ ਉਹੀ ਬ੍ਰਾਹਮਣ ਰਾਜ ਭਗਤ ਬਣਿਆ ਮੁਸਲਮਾਨ ਹਾਕਮਾਂ ਦੇ ਮੁਖਬਰ ਬਣ ਚੁੱਕਾ ਸੀ। ਜੇ ਕਬੀਰ ਸਾਹਿਬ ਮੁਸਲਮਾਨ ਹੁੰਦੇ ਤਾਂ ਬ੍ਰਾਹਮਣ ਉਹਨਾਂ ਦੇ ਵਿਰੁੱਧ ਰਾਜ ਦਰਬਾਰ ਵਿੱਚ ਕਦੇ ਅਜਿਹੀ ਸ਼ਿਕਾਇਤ ਨਾ ਕਰਦਾ ਜਿਸ ਤੋਂ ਕਬੀਰ ਸਾਹਿਬ ਨੂੰ ਬੰਨ੍ਹ ਕੇ ਹਾਥੀ ਅੱਗੇ ਸੁੱਟਿਆ ਜਾਣ ਦੀ ਸਜ਼ਾ ਦਿੱਤੀ ਜਾਂਦੀ। ਉਸ ਘਟਨਾ ਦਾ ਜ਼ਿਕਰ ਕਬੀਰ ਸਾਹਿਬ ਨੇ ਆਪ ਕੀਤਾ ਹੈ। ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਪੰਨਾ 870। ਜੇ ਕਬੀਰ ਸਾਹਿਬ ਮੁਸਲਮਾਨ ਹੁੰਦੇ ਤਾਂ ਆਪਣੀ ਬਾਣੀ ਵਿੱਚ ਸ਼ਰ੍ਹਾ ਦੇ ਫਤਵੇ ਸੁਣਾਉਣ ਵਾਲੇ ਦੀਨੀ ਧਰਮ ਆਗੂ ਨੂੰ ਸੰਬੋਧਨ ਕਰਕੇ ਇਹ ਕੁਝ ਫਰਮਾਨ ਕਦੇ ਨਾ ਕਰਦੇ। ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰ ਕਵਾਦੇ, ਪਿਸਤ ਦੋਜਕ ਕਿਨ ਪਾਈ, ਕਾਜੀ ਤੈਂ ਕਵਨ ਕਤੇਬ ਬਖਾਨੀ, ਪੜਤ ਗੁਣਤ ਐਸੇ ਸਭ ਮਾਰੇ, ਕਿਨਹੂ ਖਬਰ ਨਾ ਜਾਣੀ ਰਹਾਓ। ਸਖਤ ਸਨੇਹ ਕਰ ਸੁਨਤ ਕਰੀਏ,
मैं न बधूँगो भाई, जौरे खुदाए मोहे तुर्क करेगा, आपन ही कट जाई। सुनत किए तुर्क जे होएगा, औरत का क्या करिए, अर्ध शरीरी नार न छोड़ै, ताते हिंदू ही रहिए। शाड़ कतेब हराम भज बौरे, जुल्म करत है भारी, कबीरे पकड़ी टेक राम की, तुर्क रहे पचहारी। पन्ना 477। अर्थ ਕੁਝ ਝਗੜਾਲੂ ਕਵੈਦੇ ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ ਅਸਲੀਅਤ ਲੱਭਣ ਲਈ ਆਪਣੇ ਦਿਲ ਵਿੱਚ ਸੋਚ ਤੇ ਵਿਚਾਰ ਕਰਕੇ ਹਿੰਦੂ ਤੇ ਮੁਸਲਮਾਨ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿੱਥੋਂ ਪੈਦਾ ਹੋਏ ਹਨ, ਪ੍ਰਭੂ ਤੋਂ ਬਿਨਾਂ ਹੋਰ ਕਿਸ ਨੇ ਇਹ ਰਸਤੇ ਤੋਰੇ। ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ ਤਾਂ ਉਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ। ਸਿਰਫ ਮੁਸਲਮਾਨ ਜਾਂ ਹਿੰਦੂ ਹੋਣ ਕਰਕੇ ਹੀ ਕਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜ਼ਖ। ਭਾਵ ਸਿਰਫ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ ਤੇ ਹਿੰਦੂ ਰਿਹਾ ਦੋਜ਼ਖ ਵਿੱਚ ਨਹੀਂ ਪਈਦਾ। ਹੇ ਕਾਜ਼ੀ, ਤੂੰ ਕਿਹੜੀਆਂ ਕਿਤਾਬਾਂ ਵਿੱਚੋਂ ਦੱਸ ਰਿਹਾ ਹੈ ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਖ ਮਿਲੇਗਾ। ਹੇ ਕਾਜ਼ੀ, ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ, ਭਾਵ ਜੋ ਮਨੁੱਖ ਤੇਰੇ ਵਾਂਗ ਧਾਰਮਿਕ ਤੰਗਦਿਲੀ ਦੀ ਪੱਟੀ ਅੱਖਾਂ ਤੇ ਬੰਨ੍ਹ ਕੇ ਧਾਰਮਿਕ ਗ੍ਰੰਥ ਜਾਂ ਦੀਨੀ ਕਿਤਾਬਾਂ ਪੜ੍ਹਦੇ ਹਨ, ਸਭ ਖੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ। ਰਹਾਓ, ਇਹ ਸੁਨਨਤ ਤਾਂ ਔਰਤ ਤੇ ਪਿਆਰ ਸਖਤ ਸਨੇਹ ਦੀ ਖਾਤਰ ਕੀਤੀ ਜਾਂਦੀ ਹੈ। ਇਹ ਭਾਈ, ਮੈਂ ਨਹੀਂ ਮੰਨ ਸਕਦਾ ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ। ਜੇ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ ਤਾਂ ਮੇਰੀ ਸੁਨਨਤ ਆਪਣੇ ਆਪ ਹੀ ਹੋ ਜਾਵੇਗੀ। ਪਰ ਜੇ ਸਿਰਫ ਸੁਨਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ ਤਾਂ ਔਰਤ ਦੀ ਸੁਨਨਤ ਤਾਂ ਹੋ ਹੀ ਨਹੀਂ ਸਕਦੀ। ਵਹੁਟੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀਵਾਲ ਹੈ। ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ। ਸੋ ਅੱਧ ਵਾਟੇ ਰਹਿਣ ਨਾਲੋਂ ਹਿੰਦੂ ਟਿਕੇ ਰਹਿਣਾ ਹੀ ਚੰਗਾ ਹੈ। ਕਬੀਰ ਜੀ ਦਾ ਆਪਣਾ ਲਿਖਿਆ ਇਹ ਕੁਝ ਪੜ੍ਹ ਕੇ ਇਹ ਸਮਝਣ ਵਿੱਚ ਕੋਈ ਕਸਰ ਨਹੀਂ ਰਹਿ ਜਾਂਦੀ ਕਿ ਕਬੀਰ ਜੀ ਮੁਸਲਮਾਨ ਨਹੀਂ ਸਨ। ਹੇ ਭਾਈ, ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, ਬੰਦਗੀ ਛੱਡ ਕੇ ਤੇ ਬਹਿਸਾਂ ਵਿੱਚ ਪੈ ਕੇ ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈ। ਕਬੀਰ ਨੇ ਤਾਂ ਇੱਕ ਪਰਮਾਤਮਾ ਦੇ ਸਿਮਰਨ ਦਾ ਆਸਰਾ ਲਿਆ ਹੈ। ਕਵਾਦੇ ਝਗੜਾਲੂ ਮੁਸਲਮਾਨ ਬਹਿਸਾਂ ਵਿੱਚ ਹੀ ਖੁਆਰ ਹੋ ਰਹੇ ਹਨ। ਲੋਕਾਂ ਲਈ ਭਾਵੇਂ ਗਰੀਬ ਜਲਾਹੇ ਹੋਣਗੇ, ਪਰ ਅਸਲ ਵਿੱਚ ਕਬੀਰ ਸਾਹਿਬ ਨਾਮ ਧਨ ਨਾਲ ਧਨਵਾਨ ਹੋਈ ਆਤਮਾ ਦਾ ਮਾਲਕ ਬਣ ਚੁੱਕੇ ਸਨ। ਕਬੀਰ ਸਾਹਿਬ ਨੇ ਮੁਸਲਮਾਨ ਧਰਮ ਵਿਚਲੀਆਂ ਕਈ ਧਾਰਮਿਕ ਰਸਮਾਂ ਦਾ ਬੜੇ ਕਰੜੇ ਸ਼ਬਦਾਂ ਵਿੱਚ ਖੰਡਨ ਕੀਤਾ ਹੈ। ਪਰਮਾਤਮਾ ਦੇ ਨਾਮ ਤੇ ਪਸ਼ੂ ਪੰਛੀਆਂ ਦੀ ਕੁਰਬਾਨੀ ਦੇ ਕੇ ਰੱਬ ਨੂੰ ਖੁਸ਼ ਕਰਨ ਦਾ ਮੁਸਲਮਾਨਾਂ ਵਿੱਚ ਬੜਾ ਭਰਮ ਬਣਿਆ ਹੋਇਆ ਹੈ। ਮਾਸ ਖਾਣ ਲਈ ਕਿਸੇ ਜਾਨਵਰ ਨੂੰ ਛੁਰੀ ਨਾਲ ਜ਼ਿਬਾ ਕਰਨਾ ਹਲਾਲ, ਭਾਵ ਧਰਮ ਵਿੱਚ ਪ੍ਰਵਾਨ ਮੰਨਦੇ ਹਨ। ਬਕਰ ਈਦ ਮੁਸਲਮਾਨ ਧਰਮ ਦਾ ਬੜਾ ਵੱਡਾ ਧਾਰਮਿਕ ਦਿਨ ਹੈ। ਉਸ ਦਿਨ ਕੋਈ ਵਿਰਲਾ ਹੀ ਘਰ ਰਹਿ ਜਾਂਦਾ ਹੋਵੇਗਾ ਜਿਹੜਾ ਵਿੱਤ ਅਨੁਸਾਰ ਕਿਸੇ ਪਸ਼ੂ ਪੰਛੀ ਦੀ ਕੁਰਬਾਨੀ ਨਾ ਦਿੰਦਾ ਹੋਵੇ। ਜਾਨਵਰ ਨੂੰ ਮਾਰਨ ਲੱਗੇ ਮੂੰਹੋਂ ਬਿਸਮਿਲ੍ਲਾ ਕਹਿੰਦੇ ਹਨ। ਬਿਸਮਿਲ੍ਲਾ ਦਾ ਅਰਥ ਹੈ ਅੱਲਾ ਦੇ ਨਾਮ ਤੇ, ਭਾਵ ਜਾਨਵਰ ਦੀ ਕੁਰਬਾਨੀ ਰੱਬ ਦੇ ਨਾਮ ਤੇ ਅੱਲਾ ਦੀ ਪ੍ਰਸੰਨਤਾ ਲੈਣ ਲਈ ਦਿੱਤੀ ਜਾਂਦੀ ਹੈ। ਬ੍ਰਾਹਮਣ ਦੇ ਦਾਨ ਪੁੰਨ, ਤੀਰਥਾਂ ਦੇ ਇਸ਼ਨਾਨਕ ਆਦਿਕ ਦੇ ਵੱਟੇ ਸਵਰਗਾਂ ਦੀ ਪ੍ਰਾਪਤੀ ਵਾਲੇ ਭਰਮ ਵਾਂਗ ਮੁਸਲਮਾਨ ਵੀ ਪਸ਼ੂ ਪੰਛੀ ਦੀ ਕੁਰਬਾਨੀ ਦਾ ਅਰਥ ਬਹਿਸ਼ਤ ਵਿੱਚ ਦਾਖਲ ਹੋ ਸਕਣ ਵਾਲਾ ਧਰਮ ਕਰਮ ਹੀ ਮੰਨਦੇ ਹਨ। ਦਿਲ ਵਿੱਚ ਕਪਟ ਰੱਖ ਕੇ ਨਮਾਜ਼ ਪੜ੍ਹਨੀ, ਹੱਜ ਲਈ ਮੱਕੇ ਜਾਣਾ ਆਦਿ ਸਾਰੇ ਇਸਲਾਮੀ ਧਰਮ ਕਰਮ ਵੀ ਖੰਡਨ ਕੀਤੇ ਹਨ। ਇਸਲਾਮੀ ਰਾਜ ਸਮੇਂ ਸ਼ਰਈ ਕਾਨੂੰਨ ਦੇ ਵਿਰੁੱਧ ਅਜਿਹੀ ਦਲੇਰੀ ਕੋਈ ਮੁਸਲਮਾਨ ਕਦੇ ਨਹੀਂ ਕਰ ਸਕਦਾ। ਸ਼ਬਦ ਇਸ ਪ੍ਰਕਾਰ ਹੈ। वेद कतेब कहो मत झूठे, झूठा जो ना विचारै, जो सब में एक खुदाए कहत हो, तो क्यों मुर्गी मारै। मुल्ला कहो न्याओ खुदाई, तेरे मन का भरम ना जाई रहाओ। पकड़ जियो आन्या देह बिनासी, माटी को बिस्मल किया, जोत स्वरूप अनाहत लागी,
कहो हलाल क्या किया, क्या उजू पाक किया मुँह धोया, क्या मसीत सिर लाया, जो दिल में कपट निवास गुजारो, क्या हज काबे जाया। तू ना पाक पाक नहीं सूझया, तिसका मर्म न जानिया, कह कबीर भिस्त ते चूका, दोजक स्यों मन मानिया। पन्ना 1350। अर्थ, हे हिंदू ते मुसलमान वीरो, वेदां ਜਾਂ ਕੁਰਾਨ ਆਦਿਕ ਇੱਕ ਦੂਜੇ ਦੀਆਂ ਧਰਮ ਪੁਸਤਕਾਂ ਨੂੰ ਝੂਠੀਆਂ ਨਾ ਆਖੋ। ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ ਪੁਸਤਕਾਂ ਦੀ ਵਿਚਾਰ ਨਹੀਂ ਕਰਦਾ। ਭਲਾ ਹੈ ਮੁੱਲਾ, ਜੇ ਤੂੰ ਇਹ ਆਖਦਾ ਹੈ ਕਿ ਖੁਦਾ ਸਭ ਜੀਵਾਂ ਵਿੱਚ ਮੌਜੂਦ ਹੈ, ਤਾਂ ਉਸ ਖੁਦਾ ਅੱਗੇ ਕੁਰਬਾਨੀ ਦੇਣ ਲਈ ਮੁਰਗੀ ਕਿਉਂ ਮਾਰਦਾ ਹੈ? ਕਿ ਉਸ ਮੁਰਗੀ ਵਿੱਚ ਉਹ ਆਪ ਨਹੀਂ ਹੈ। ਮੁਰਗੀ ਵਿੱਚ ਬੈਠੇ ਖੁਦਾ ਦੀ ਅੰਸ਼ ਨੂੰ ਮਾਰ ਕੇ ਖੁਦਾ ਅੱਗੇ ਹੀ ਭੇਟ ਕਰਨ ਦਾ ਕੀ ਭਾਵ ਹੈ? ਇਹ ਮੁੱਲਾ, ਤੂੰ ਹੋਰ ਲੋਕਾਂ ਨੂੰ ਤਾਂ ਖੁਦਾ ਦਾ ਨਿਆਂ ਸੁਣਾਉਂਦਾ ਹੈ, ਪਰ ਤੇਰੇ ਆਪਣੇ ਮਨ ਦਾ ਭੁਲੇਖਾ ਅਜੇ ਦੂਰ ਹੀ ਨਹੀਂ ਹੋਇਆ। ਰਹਾਓ, ਇਹ ਮੁੱਲਾ, ਮੁਰਗੀ ਆਦਿਕ ਜੀਵ ਨੂੰ ਫੜ ਕੇ ਤੂੰ ਲੈ ਆਂਦਾ ਹੈ, ਉਸ ਦਾ ਸਰੀਰ ਤੂੰ ਨਾਸ ਕੀਤਾ, ਉਸ ਦੇ ਜਿਸਮ ਦੀ ਮਿੱਟੀ ਨੂੰ ਤੂੰ ਖੁਦਾ ਦੇ ਨਾਮ 'ਤੇ ਕੁਰਬਾਨ ਕੀਤਾ, ਭਾਵ ਖੁਦਾ ਦੀ ਨਜ਼ਰ ਭੇਟ ਕੀਤਾ। ਪਰ ਇਹ ਮੁੱਲਾ, ਜੋ ਖੁਦਾ ਨਿਰਾ ਨੂਰ ਹੀ ਨੂਰ ਹੈ ਤੇ ਅਵਿਨਾਸ਼ੀ ਹੈ, ਉਸ ਦੀ ਜੋਤ ਤਾਂ ਹਰ ਥਾਂ ਮੌਜੂਦ ਹੈ। ਉਸ ਮੁਰਗੀ ਵਿੱਚ ਵੀ ਹੈ ਜੋ ਤੂੰ ਖੁਦਾ ਦੇ ਨਾਮ 'ਤੇ ਕੁਰਬਾਨ ਕਰਦਾ ਹੈ। ਤਾਂ ਫਿਰ ਦੱਸ, ਤੂੰ ਰੱਬ ਦੇ ਨਾਮ 'ਤੇ ਕੁਰਬਾਨੀ ਦੇਣ ਦੇ ਲਾਇਕ ਕਿਹੜੀ ਚੀਜ਼ ਬਣਾਈ ਹੈ? ਹੇ ਮੁੱਲਾ, ਜੇ ਤੂੰ ਆਪਣੇ ਦਿਲ ਵਿੱਚ ਕਪਟ ਰੱਖ ਕੇ ਨਮਾਜ਼ ਪੜ੍ਹਦਾ ਹੈ, ਤਾਂ ਇਸ ਨਮਾਜ਼ ਦਾ ਕੀ ਲਾਭ? ਪੈਰ ਹੱਥ ਆਦਿਕ ਸਾਫ਼ ਕਰਨ ਦੀ ਰਸਮ ਦਾ ਕੀ ਫਾਇਦਾ? ਮੂੰਹ ਧੋਣ ਦਾ ਕੀ ਗੁਣ? ਮਸਜਿਦ ਵਿੱਚ ਜਾ ਕੇ ਸਜਦਾ ਕਰਨ ਦੀ ਕੀ ਲੋੜ? ਤੇ ਕਾਬੇ ਜਾ ਕੇ ਹੱਜ ਦਾ ਕੀ ਲਾਭ? ਹੇ ਮੁੱਲਾ, ਤੂੰ ਅੰਦਰੋਂ ਤਾਂ ਪਲੀਤ ਹੀ ਰਿਹਾ, ਤੈਨੂੰ ਉਸ ਪਵਿੱਤਰ ਪ੍ਰਭੂ ਦੀ ਸਮਝ ਨਹੀਂ ਪਈ, ਤੂੰ ਉਸ ਦਾ ਭੇਦ ਨਹੀਂ ਪਾਇਆ। ਕਬੀਰ ਆਖਦਾ ਹੈ ਕਿ ਇਸ ਭੁਲੇਖੇ ਵਿੱਚ ਫਸੇ ਰਹਿ ਕੇ ਤੂੰ ਬਹਿਸ਼ਤ ਤੋਂ ਖੁੰਝ ਗਿਆ ਹੈ ਤੇ ਦੋਜ਼ਖ ਨਾਲ ਤੇਰਾ ਮਨ ਭਤੀਜ ਗਿਆ ਹੈ। ਭਾਵ ਪਸ਼ੂ ਪੰਛੀਆਂ ਦੀ ਕੁਰਬਾਨੀ ਦੇ ਕੇ ਅਤੇ ਮਨੋ ਕਪਟੀ ਰਹਿ ਕੇ ਅਸਲ ਵਿੱਚ ਤੂੰ ਆਪਣੇ ਲਈ, ਹੇ ਮੁੱਲਾ, ਦੋਜ਼ਖ ਵਿੱਚ ਥਾਂ ਪੱਕਾ ਕਰ ਲਿਆ ਹੈ। ਆਮ ਤੌਰ 'ਤੇ ਸਮਝਿਆ ਇਹ ਜਾਂਦਾ ਹੈ ਕਿ ਨਮਾਜ਼ੀਆਂ ਨੂੰ ਨਮਾਜ਼ ਪੜ੍ਹਨ ਦਾ ਸੱਦਾ ਦੇਣ ਲਈ ਮੌਲਵੀ ਕੋਠੇ 'ਤੇ ਚੜ੍ਹ ਕੇ ਬਾਂਗ ਦਿੰਦਾ ਹੈ, ਪਰ ਅਸਲ ਵਿੱਚ ਸਾਰੇ ਮੁੱਲਾ ਅੱਲਾ ਨੂੰ ਸੁਣਾ ਰਹੇ ਹੁੰਦੇ ਹਨ ਕਿ ਉਹ ਬੜਾ ਪੱਕਾ ਨਿਜ਼ਾਮੀ ਹੈ। ਕਬੀਰ ਸਾਹਿਬ ਮੌਲਵੀ ਨੂੰ ਕਹਿੰਦੇ ਹਨ ਕਿ ਅਜਿਹਾ ਉੱਚੀ ਰੌਲਾ ਪਾਉਣ ਦੀ ਲੋੜ ਨਹੀਂ, ਕਿਉਂਕਿ ਰੱਬ ਸਭ ਕੁਝ ਜਾਣਦਾ ਹੈ। ਉਸ ਨੂੰ ਬੋਲਾ ਨਾ ਸਮਝ। ਜਿਸ ਲਈ ਤੂੰ ਬਾਂਗ ਦੇ ਰਿਹਾ ਹੈ, ਉਹ ਤਾਂ ਤੇਰੇ ਦਿਲ ਵਿੱਚ ਹੀ ਬੈਠਾ ਹੈ। ਗੁਰੂ ਬਾਣੀ ਸ਼ਲੋਕ ਇਸ ਪ੍ਰਕਾਰ ਹੈ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਪੰਨਾ 1374। ਪਿਤਾ ਪੁਰਖੀ ਪ੍ਰੋਹਤਵਾਦੀ ਦੇਵਤਿਆਂ ਦੀ ਪੂਜਾ ਕਰਨ ਵਾਲਾ ਘਰ ਮੁਸਲਮਾਨਾਂ ਦਾ ਨਹੀਂ ਹੋ ਸਕਦਾ। ਘਰ ਕੇ ਦੇਵ ਪਿਤਰ ਕੀ ਛੋਡੀ, ਗੁਰ ਕੋ ਸ਼ਬਦ ਲਇਓ, ਕਹਿਤ ਕਬੀਰ ਸਗਲ ਪਾਪ ਖੰਡੋ, ਸੰਤੋ ਲੈ ਉਧਰਿਓ। ਪੰਨਾ 856। ਅਰਥ, ਕਬੀਰ ਜੀ ਆਖਦੇ ਹਨ ਕਿ ਮੈਂ ਪਿਤਾ ਪੁਰਖੀ ਛੱਡ ਦਿੱਤੀ ਹੈ। ਮੈਂ ਆਪਣੇ ਘਰ ਵਿੱਚ ਪੂਜੇ ਜਾਣ ਵਾਲੇ ਦੇਵਤੇ ਭਾਵ ਬ੍ਰਾਹਮਣ ਅਤੇ ਮੂਰਤੀਆਂ ਦੀ ਪੂਜਾ ਵੀ ਛੱਡ ਬੈਠਾ ਹਾਂ। ਹੁਣ ਮੈਂ ਸਤਿਗੁਰ ਦਾ ਸ਼ਬਦ ਹੀ ਧਾਰਨ ਕੀਤਾ ਹੈ, ਜੋ ਪ੍ਰਭੂ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਸਤ ਸੰਗਤ ਵਿੱਚ ਉਸ ਦਾ ਨਾਮ ਸਿਮਰ ਕੇ ਮੈਂ ਸੰਸਾਰ ਸਾਗਰ ਤੋਂ ਪਾਰ ਲੰਘ ਗਿਆ ਹਾਂ। ਭਗਤ ਰਵਿਦਾਸ ਜੀ ਦੇ ਜਿਸ ਸ਼ਬਦ ਵਿੱਚੋਂ ਸਨਮਾਨਯੋਗ ਵਿਦਵਾਨ ਉਪਦੇਸ਼ਕ ਜੀ ਨੇ ਤੁਕ ਲੈ ਕੇ ਵਰਤੀ ਹੈ, ਉਸ ਪਾਵਨ ਗੁਰੂ ਸ਼ਬਦ ਦੀ ਰਹਾਉ ਦੀ ਤੁਕ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਭਗਤ ਜੀ ਨੇ ਉਹਨਾਂ ਮਨੁੱਖਾਂ ਦੀ ਆਤਮਿਕ ਅਵਸਥਾ ਲਿਖੀ ਹੈ ਜੋ ਸਦਾ ਰਾਮ ਨਾਮ ਸਿਮਰਦੇ ਹਨ ਅਤੇ ਜਿਨ੍ਹਾਂ ਨੂੰ ਹਰ ਥਾਂ ਪ੍ਰਭੂ ਹੀ ਦਿਸਦਾ ਹੈ। ਉਹਨਾਂ ਨੂੰ ਪ੍ਰਭੂ ਹੀ ਸਭ ਤੋਂ ਵੱਡਾ ਨਜ਼ਰੀ ਆਉਂਦਾ ਹੈ, ਭਾਵ ਉਹ ਸੰਸਾਰੀ ਡਰਾਂ ਤੋਂ ਅਭਿੱਜ ਹੋ ਕੇ ਪਰਮਾਤਮਾ ਨਾਲ ਇੱਕ ਰੂਪ ਹੋ ਗਏ ਹਨ। ਭਗਤ ਨਾਮਦੇਵ ਜੀ ਦੀ ਅਤੇ ਆਪਣੀ ਮਿਸਾਲ ਵੀ ਦਿੰਦੇ ਹਨ। ਹਰ ਨਾਮ ਦੀ ਬਰਕਤ ਨਾਲ ਉਹਨਾਂ ਦੀ ਸ਼ੋਭਾ ਵੀ ਉਹੀ ਹੋਈ ਜੋ ਪੁਰਾਣਕ ਗ੍ਰੰਥਾਂ ਵਿੱਚ ਸਨਕ ਅਤੇ ਵਿਆਸ ਵਰਗੇ ਰਿਸ਼ੀਆਂ ਦੀ ਹੋਈ ਲਿਖੀ ਹੈ। ਕਬੀਰ ਵੀ ਇਸਲਾਮੀ ਰਾਜ ਦੇ ਦਬਾਅ ਤੋਂ ਨਿਡਰ ਰਹਿ ਕੇ ਹਰ ਨਾਮ ਸਿਮਰ ਕੇ ਹੀ ਉੱਘਾ ਹੋਇਆ
ਆਪਣੀ ਕੁਲ ਦੇ ਹੋਰ ਮੁਸਲਮਾਨਾਂ ਵਾਂਗ ਮੌਤ ਦੇ ਭੈ ਤੋਂ ਆਪਣਾ ਪਿਤਾ ਪੁਰਖੀ ਰੀਤੀ ਰਿਵਾਜ ਅਤੇ ਧਰਮ ਨਹੀਂ ਤਿਆਗਿਆ। ਅਰਥਾਂ ਸਮੇਤ ਉਹ ਪੂਰਾ ਗੁਰੂ ਸ਼ਬਦ ਇਸ ਪ੍ਰਕਾਰ ਹੈ। ਹਰ ਜਪਤ ਤੇਉ ਜਨਾ ਪਦਮ ਕਵਲਾਸ ਪਤ ਤਾਸ ਸਮਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਏ ਬਿਸਥਰਿਓ ਆਨ ਰੇ ਆਨ ਭਰਪੂਰ ਸੋ ਰਹਾ ਜਾ ਕੇ ਭਗਵਤ ਲੇਖੀਏ ਅਵਰ ਨਹੀਂ ਪੇਖੀਏ ਤਾਸ ਕੀ ਜਾਤ ਅਸ਼ੋਪ ਛੀਪਾ ਬਿਆਸ ਮੈਂ ਲੇਖੀਏ ਸਨਕ ਮੈਂ ਪੇਖੀਏ ਨਾਮ ਕੀ ਨਾਮਨਾ ਸਪਤ ਦੀਪਾ ਜਾ ਕੇ ਈਦ ਬਕਰੀਦ ਕੁਲ ਗਊਰੇ ਬੱਧ ਕਰੇ ਮਾਨੀਏ ਸੇਖ ਸ਼ਹੀਦ ਪੀਰਾ ਜਾ ਕੇ ਬਾਪ ਵੈਸੀ ਕਰੀ ਪੂਤ ਐਸੀ ਸਰੀ तेहूँ रे लोक प्रसिद्ध कबीरा जाके कुटुंब के ढेड़ सब ढोर ढवंत फिरे अजों बनारसी आस पासा आचार सहित बिपर करें डंडौत तिन तने रविदास दासान दासा पन्ना 1293। अर्थ जो मनुख माया दे पति परमात्मा नूं सिमरदे हन ਉਹ ਪ੍ਰਭੂ ਦੇ ਅਨੰਨ ਸੇਵਕ ਬਣ ਜਾਂਦੇ ਹਨ। ਉਹਨਾਂ ਨੂੰ ਪ੍ਰਭੂ ਵਰਗਾ ਉਸ ਪ੍ਰਭੂ ਦੇ ਦਰਬਾਰ ਦਾ ਕੋਈ ਹੋਰ ਨਹੀਂ ਦਿਸਦਾ। ਇਸ ਵਾਸਤੇ ਉਹ ਕਿਸੇ ਦਾ ਦਬਾਅ ਨਹੀਂ ਮੰਨਦੇ। ਇਹ ਭਾਈ ਉਹਨਾਂ ਨੂੰ ਇੱਕ ਪਰਮਾਤਮਾ ਹੀ ਅਨੇਕ ਰੂਪਾਂ ਵਿੱਚ ਵਿਆਪਕ ਘਟ ਘਟ ਵਿੱਚ ਭਰਪੂਰ ਦਿਸਦਾ ਹੈ। ਰਹਾਓ ਜਿਸ ਨਾਮਦੇਵ ਦੇ ਘਰ ਵਿੱਚ ਪ੍ਰਭੂ ਦੀ ਸਿਫਤ ਸਲਾਹ ਲਿਖੀ ਜਾ ਰਹੀ ਹੈ। ਪ੍ਰਭੂ ਨਾਮ ਤੋਂ ਬਿਨਾਂ ਕੁਝ ਹੋਰ ਵੇਖਣ ਵਿੱਚ ਨਹੀਂ ਆਉਂਦਾ। ਉੱਚੀ ਜਾਤ ਵਾਲਿਆਂ ਦੇ ਭਾਣੇ ਉਸ ਦੀ ਜਾਤ ਸ਼ਿੰਬਾ ਹੈ ਤੇ ਉਹ ਅਛੂਤ ਹੈ, ਪਰ ਉਸ ਦੀ ਸੋਭਾ 3 ਲੋਕਾਂ ਵਿੱਚ ਹੋ ਰਹੀ ਹੈ। ਬਿਆਸ ਦੇ ਧਰਮ ਪੁਸਤਕ ਵਿੱਚ ਲਿਖਿਆ ਮਿਲਦਾ ਹੈ। ਸਨਕ ਆਦਿਕਾਂ ਦੀ ਪੁਸਤਕ ਵਿੱਚ ਵੀ ਵੇਖਣ ਵਿੱਚ ਆਉਂਦਾ ਹੈ ਕਿ ਹਰੀ ਨਾਮ ਦੀ ਵਡਿਆਈ ਸਾਰੇ ਸੰਸਾਰ ਵਿੱਚ ਹੁੰਦੀ ਹੈ। ਨੋਟ, ਕਿਉਂਕਿ ਇਹ ਬਹਿਸ ਉੱਚੀ ਜਾਤ ਵਾਲਿਆਂ ਨਾਲ ਹੈ, ਇਸ ਵਾਸਤੇ ਉਹਨਾਂ ਦੇ ਆਪਣੇ ਹੀ ਘਰ ਵਿੱਚੋਂ ਬਿਆਸ ਸਨਕ ਆਦਿਕ ਦਾ ਹਵਾਲਾ ਦਿੱਤਾ ਹੈ। ਰਵਿਦਾਸ ਜੀ ਆਪ ਇਹਨਾਂ ਪੁਰਾਣਕ ਰਿਸ਼ੀਆਂ ਦੇ ਸ਼ਰਧਾਲੂ ਨਹੀਂ ਸਨ। ਇਹ ਭਾਈ, ਜਿਸ ਕਬੀਰ ਦੀ ਜਾਤ ਦੇ ਲੋਕ ਮੁਸਲਮਾਨ ਬਣ ਕੇ ਈਦ ਬਕਰੀਦ ਦੇ ਸਮੇਂ ਗਊਆਂ ਹਲਾਲ ਕਰਦੇ ਹਨ ਅਤੇ ਜਿਨ੍ਹਾਂ ਦੇ ਘਰੀ ਹੁਣ ਸ਼ੇਖਾਂ ਸ਼ਹੀਦਾਂ ਤੇ ਪੀਰਾਂ ਦੀ ਮਾਨਤਾ ਹੁੰਦੀ ਹੈ, ਜਿਸ ਕਬੀਰ ਦੀ ਜਾਤ ਦੇ ਵੱਡਿਆਂ ਨੇ ਇਹ ਕਰ ਵਿਖਾਈ, ਉਹਨਾਂ ਦੀ ਹੀ ਜਾਤ ਵਿੱਚ ਜੰਮੇ ਪੁੱਤਰ ਤੋਂ ਅਜਿਹੀ ਸਾਰਾਈ ਕਿ ਮੁਸਲਮਾਨ ਹਕੂਮਤ ਦੇ ਦਬਾਅ ਤੋਂ ਨਿਡਰ ਰਹਿ ਕੇ ਹਰੀ ਨਾਮ ਸਿਮਰ ਕੇ ਸਾਰੇ ਸੰਸਾਰ ਵਿੱਚ ਮਸ਼ਹੂਰ ਹੋ ਗਿਆ। ਜਿਸ ਖਾਨਦਾਨ ਦੇ ਨੀਚ ਲੋਕ ਬਨਾਰਸ ਦੇ ਆਸੇ-ਪਾਸੇ ਵਸਦੇ ਹਨ ਤੇ ਅਜੇ ਤੱਕ ਮੋਏ ਹੋਏ ਪਸ਼ੂ ਢੋਂਦੇ ਹਨ, ਉਹਨਾਂ ਦੀ ਕੁਲ ਵਿੱਚ ਜੰਮੇ ਪੁੱਤਰ ਰਵਿਦਾਸ ਨੂੰ, ਜੋ ਪ੍ਰਭੂ ਦੇ ਦਾਸਾਂ ਦਾ ਦਾਸ ਬਣ ਗਿਆ ਹੈ, ਸ਼ਾਸਤਰਾਂ ਦੀ ਮਰਜ਼ਾਦਾ ਅਨੁਸਾਰ ਤੁਰਨ ਵਾਲੇ ਬ੍ਰਾਹਮਣ ਨਮਸਕਾਰ ਕਰਦੇ ਹਨ। ਸ਼ਬਦ ਦੀ ਵਿਚਾਰ ਤੋਂ ਸਪਸ਼ਟ ਸਿੱਧ ਹੋ ਜਾਂਦਾ ਹੈ ਕਿ ਕਬੀਰ ਸਾਹਿਬ ਨੇ ਕਿਸੇ ਦਬਾਅ ਵਿੱਚ ਆ ਕੇ ਮੁੱਢ ਤੋਂ ਬਣੇ ਖਾਨਦਾਨੀ ਵਿਸ਼ਵਾਸ ਨੂੰ ਤਲਾਂਜਲੀ ਨਹੀਂ ਸੀ ਦਿੱਤੀ। ਹਾਲਾਂਕਿ ਕਬੀਰ ਜੀ ਦੀ ਸਾਰੀ ਬਰਾਦਰੀ ਆਪਣਾ ਹਿੰਦੂ ਧਰਮ ਛੱਡ ਕੇ ਮੁਸਲਮਾਨ ਹੋ ਚੁੱਕੀ ਸੀ। ਫਿਰ ਪੰਚਮ ਪਾਤਸ਼ਾਹ ਜੀ ਨੇ ਮੁਸਲਮਾਨ ਫਰੀਦ ਸਾਹਿਬ ਜੀ ਦੇ ਨਾਮ ਨਾਲ ਸ਼ੇਖ ਸ਼ਬਦ ਵਰਤਿਆ ਹੈ, ਪਰ ਕਬੀਰ ਸਾਹਿਬ ਨੂੰ ਭਗਤ ਲਿਖਿਆ ਹੈ। ਫਰੀਦ ਸਾਹਿਬ ਦੀ ਸਾਰੀ ਬਾਣੀ ਵਿੱਚ ਹਰ ਥਾਂ ਮੁਸਲਮਾਨੀ ਲਫ਼ਜ਼ ਵਰਤੇ ਹੋਏ ਮਿਲਦੇ ਹਨ। ਮਲਕਤ ਮੌਤ, ਪੁਰਸਲਾਤ, ਅਕਲ ਲਤੀਫ, ਗਿਰੀਬਾਨ ਆਦਿ ਸਾਰੇ ਮੁਸਲਮਾਨੀ ਲਫ਼ਜ਼ ਹਨ, ਪਰ ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਸਭ ਲਫ਼ਜ਼ ਹਿੰਦੂਆਂ ਵਾਲੇ ਹਨ। ਸਿਰਫ ਉੱਥੇ ਹੀ ਮੁਸਲਮਾਨੀ ਲਫ਼ਜ਼ ਮਿਲਣਗੇ ਜਿੱਥੇ ਕਿਸੇ ਮੁਸਲਮਾਨ ਨਾਲ ਚਰਚਾ ਹੈ। ਪਰਮਾਤਮਾ ਵਾਸਤੇ ਆਮ ਤੌਰ 'ਤੇ ਉਹੀ ਨਾਮ ਵਰਤੇ ਹਨ ਜੋ ਹਿੰਦੂ ਲੋਕ ਆਪਣੇ ਅਵਤਾਰਾਂ ਵਾਸਤੇ ਵਰਤਦੇ ਹਨ, ਅਤੇ ਜਿਹੜੇ ਨਾਮ ਸਤਿਗੁਰਾਂ ਵੀ ਬਹੁਤੀ ਵਾਰੀ ਵਰਤੇ ਹਨ। ਮਾਧੋ, ਪੀਤਾਂਬਰ, ਰਾਮ, ਹਰ, ਨਾਰਾਇਣ, ਸਾਰੰਗਧਰ, ਠਾਕੁਰ ਆਦਿ ਅਜਿਹੇ ਨਾਮ ਫਰੀਦ ਸਾਹਿਬ ਦੀ ਬਾਣੀ ਵਿੱਚ ਨਹੀਂ ਮਿਲਦੇ। ਸੋ ਕਿਸੇ ਸੁਹਿਰਦ ਗੁਰਮੁਖ ਅਤੇ ਵਿਦਵਾਨ ਪ੍ਰਚਾਰਕ ਵੱਲੋਂ ਕਬੀਰ ਸਾਹਿਬ ਨੂੰ ਮੁਸਲਮਾਨ ਕਹਿਣਾ ਠੀਕ ਨਹੀਂ ਹੈ। ਕਿਸੇ ਭਗਤ ਦੀ ਜਾਤ ਗੋਤ ਬਾਰੇ ਪੜਚੋਲ ਕਰਨੀ ਜਾਂ ਉਹਨਾਂ ਦੀ ਜਾਤ ਬਾਰੇ ਚਰਚਾ ਛੇੜਨੀ ਗੁਰਮਤ ਨਹੀਂ ਹੈ। ਭਗਤਾਂ ਦੀ ਜਾਤ ਗੋਤ ਉਹੀ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਬਾਰ-ਬਾਰ ਲਿਖੀ ਹੈ। ਸੰਤ ਜਨਾਂ ਕੀ ਜਾਤ ਹਰ ਸੁਆਮੀ ਤੁਮ ਠਾਕੁਰ ਹਮ ਸਾਂਗੀ, ਪੰਨਾ 667। ਕਬੀਰ ਸਾਹਿਬ
ਪੂਰਨ ਬ੍ਰਹਮ ਗਿਆਨੀ ਸਨ, ਪ੍ਰਭੂ ਦਾ ਰੂਪ ਸਨ। ਉਹ ਨਾ ਹਿੰਦੂ ਸਨ ਅਤੇ ਨਾ ਹੀ ਮੁਸਲਮਾਨ ਸਨ, ਸਹੀ ਅਰਥਾਂ ਵਿੱਚ ਉਹ ਖਾਲਸੇ ਸਨ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਪੰਨਾ 654। ਨਾਮ ਵਿਹੂਣੇ ਬ੍ਰਾਹਮਣ ਦੇ ਸਾਰੇ ਧਰਮ ਕਰਮ ਨਿਸਫਲ ਹਨ ਅਤੇ ਉਸ ਨੂੰ ਪੰਚਮ ਪਾਤਸ਼ਾਹ ਜੀ ਨੇ ਚੰਡਾਲ ਕਿਹਾ ਹੈ। ਮੰਗਾ ਖੱਟ ਸ਼ਾਸਤਰ ਹੋਈ ਗਿਆਤਾ, ਪੂਰਕ ਕੁੰਭਕ ਰੇਚਕ ਗਰਮਾਤਾ। ਗਿਆਨ ਧਿਆਨ ਤੀਰਥ ਇਸ਼ਨਾਨੀ, ਸੋਮ ਪਾਕ ਅਪਰਸ ਉਦਿਆਨੀ। ਰਾਮ ਨਾਮ ਸੰਗ ਮਨ ਨਹੀਂ ਹੇਤਾ, ਜੋ ਕਛ ਕੀਨੋ ਸੋ ਅਨੇਤਾ। ਉਹਾਂ ਕੇ ਉਤਮ ਗਨੋ ਚੰਡਾਲਾ, ਨਾਨਕ ਜਿਹ ਮਨ ਬਸੈ ਗੋਪਾਲਾ। ਪੰਨਾ 253। ਅਰਥ, ਕੋਈ ਮਨੁੱਖ 6 ਸ਼ਾਸਤਰਾਂ ਦਾ ਜਾਣਨ ਵਾਲਾ ਹੋਵੇ, ਪ੍ਰਾਣਾਯਾਮ ਦੇ ਅਭਿਆਸ ਵਿੱਚ ਸਵਾਸ ਉੱਪਰ ਚਾੜਨ, ਰੋਕਣ ਅਤੇ ਉਤਾਰਨ ਦੇ ਕਰਮ ਕਰਦਾ ਹੋਵੇ, ਧਾਰਮਿਕ ਚਰਚਾ ਕਰਦਾ ਹੋਵੇ, ਸਮਾਧੀਆਂ ਲਾਉਂਦਾ ਹੋਵੇ, ਸੁੱਚ ਦੀ ਖਾਤਰ ਆਪਣੇ ਹੱਥੀਂ ਰੋਟੀ ਪਕਾਉਂਦਾ ਹੋਵੇ, ਜੰਗਲਾਂ ਵਿੱਚ ਰਹਿੰਦਾ ਹੋਵੇ, ਪਰ ਜੇ ਉਸ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਤਾਂ ਉਸ ਨੇ ਜੋ ਕੁਝ ਕੀਤਾ ਵਿਅਰਥ ਹੀ ਕੀਤਾ ਹੈ। ਗੁਰਦੇਵ ਜੀ ਦਾ ਫਰਮਾਨ ਹੈ ਕਿ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਜੀ ਨਹੀਂ ਵਸਦੇ, ਉਸ ਨਾਲੋਂ ਮੈਂ ਇੱਕ ਨੀਵੀਂ ਜਾਤ ਦੇ ਚੰਡਾਲ ਬੰਦੇ ਨੂੰ ਚੰਗਾ ਸਮਝਦਾ ਹਾਂ। ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਉਹ ਚੌਂ ਕੁੰਟ ਮਾਨੈ। ਦਰਸ਼ਨ ਮੰਗੂ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾ। ਜਾ ਕੇ ਨਿਕਟ ਨਾ ਆਵੇ ਕੋਈ, ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ। ਪੰਨਾ 386। ਭਗਤ ਰਤੇ ਸੇ ਉਤਮਾ, ਜਤ ਪਤ ਸ਼ਬਦੇ ਹੋਏ। ਬਿਨ ਨਾਵੇਂ ਸਭ ਨੀਚ ਹੈ, ਬਿਸ਼ਟਾ ਕਾ ਕੀੜਾ ਹੋਏ। ਪੰਨਾ 426। ਕਬੀਰ ਹਰਦੀ ਪੀਅਰੀ, ਚੂਨਾ ਉਜਲ ਪਾਏ। ਰਾਮ ਸਨੇਹੀ ਤਉ ਮਿਲੇ, ਦੋਨੋਂ ਬਰਨ ਗਵਾਏ। ਕਬੀਰ ਹਰਦੀ ਪੀਰਤਨ ਹਰੈ, ਚੂਨ ਚਿਹਨ ਨਾ ਰਹਾਏ। ਬਲਿਹਾਰੀ ਇਹ ਪ੍ਰੀਤ ਕੋ, ਜਿਹ ਜਾਤ ਬਰਨ ਕੁਲ ਜਾਏ। ਪੰਨਾ 1367। ਅਰਥ, ਕਬੀਰ ਜੀ ਕਹਿੰਦੇ ਹਨ ਕਿ ਹਲਦੀ ਪੀਲੇ ਰੰਗ ਦੀ ਹੁੰਦੀ ਹੈ, ਚੂਨਾ ਚਿੱਟਾ ਹੁੰਦਾ ਹੈ, ਪਰ ਜਦੋਂ ਇਹ ਦੋਵੇਂ ਮਿਲਦੇ ਹਨ ਤਾਂ ਦੋਵਾਂ ਦਾ ਰੰਗ ਦੂਰ ਹੋ ਜਾਂਦਾ ਹੈ ਅਤੇ ਲਾਲ ਰੰਗ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਨੂੰ ਤਦੋਂ ਮਿਲਿਆ ਸਮਝੋ ਜਦੋਂ ਮਨੁੱਖ ਉੱਚੀ ਨੀਵੀਂ ਦੋਵੇਂ ਜਾਤੀਆਂ ਦਾ ਵਿਤਕਰਾ ਮਿਟਾ ਦਿੰਦਾ ਹੈ ਅਤੇ ਉਸ ਦੇ ਅੰਦਰ ਸਭ ਜੀਵਾਂ ਵਿੱਚ ਇੱਕ ਪ੍ਰਭੂ ਦੀ ਜੋਤ ਹੀ ਵੇਖਣ ਦੀ ਸੂਝ ਪੈਦਾ ਹੋ ਜਾਂਦੀ ਹੈ। ਜਦੋਂ ਹਲਦੀ ਅਤੇ ਚੂਨਾ ਮਿਲਦੇ ਹਨ ਤਾਂ ਹਲਦੀ ਆਪਣਾ ਪੀਲਾ ਰੰਗ ਛੱਡ ਦਿੰਦੀ ਹੈ, ਚੂਨੇ ਦਾ ਚਿੱਟਾ ਰੰਗ ਨਹੀਂ ਰਹਿੰਦਾ। ਦੋਵੇਂ ਆਪਣਾ ਪਹਿਲਾ ਰੰਗ ਛੱਡ ਦਿੰਦੇ ਹਨ। ਇਸੇ ਤਰ੍ਹਾਂ ਸਿਮਰਨ ਦੀ ਬਰਕਤ ਨਾਲ ਨੀਵੀਂ ਜਾਤ ਵਾਲੇ ਮਨੁੱਖ ਦੇ ਅੰਦਰੋਂ ਨੀਵੀਂ ਜਾਤ ਵਾਲੀ ਢਹਿੰਦੀ ਕਲਾ ਮਿਟ ਜਾਂਦੀ ਹੈ ਅਤੇ ਉੱਚੀ ਜਾਤ ਵਾਲੇ ਦੇ ਮਨ ਵਿੱਚੋਂ ਉੱਚਤਾ ਦਾ ਮਾਣ ਦੂਰ ਹੋ ਜਾਂਦਾ ਹੈ। ਮੈਂ ਸਦਕੇ ਹਾਂ ਇਸ ਪ੍ਰਭੂ ਪ੍ਰੀਤ ਤੋਂ, ਜਿਸ ਕਰਕੇ ਉੱਚੀ ਨੀਵੀਂ ਜਾਤ ਵਰਨ ਕੁਲ ਦਾ ਫਰਕ ਮਿਟ ਜਾਂਦਾ ਹੈ। ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾ ਕੇ ਹਿਰਦੇ ਵਸਿਆ ਭਗਵਾਨ। ਜਨ ਨਾਨਕ ਤਿਸ ਕੇ ਚਰਨ ਪਖਾਲੈ, ਜੋ ਹਰ ਜਨ ਨੀਚ ਜਾਤ ਸੇਵਕਾਨ। ਪੰਨਾ 861। ਨੋਟ, ਇਸ ਗੁਰੂ ਸ਼ਬਦ ਦੇ ਅਰਥ ਲਿਖੇ ਜਾ ਚੁੱਕੇ ਹਨ। ਅੰਮ੍ਰਿਤ ਛਕਾਉਣ ਲੱਗਿਆਂ ਸਿੰਘ ਕੋਲੋਂ ਪ੍ਰਣ ਲਿਆ ਜਾਂਦਾ ਹੈ ਕਿ ਉਸ ਦਿਨ ਤੋਂ ਆਪਣੀ ਪਿਛਲੀ ਜਾਤ ਗੋਤ ਭੁੱਲ ਜਾਵੇ, ਪਰ ਉਸ ਸਮੇਂ ਦੇ ਕਿਸੇ ਉਪਦੇਸ਼ ਨੂੰ ਜਾਂ ਆਪ ਕੀਤੇ ਕਿਸੇ ਪ੍ਰਣ ਨੂੰ ਬੜੇ ਘੱਟ ਅੰਮ੍ਰਿਤਧਾਰੀ ਯਾਦ ਰੱਖਦੇ ਹਨ। ਜਿੰਨਾ ਚਿਰ ਸੰਧੂ, ਚੀਮਾ, ਬਾਜਵਾ ਆਦਿ ਗੋਤ ਨਾ ਲਿਖ ਲੈਣ, ਆਪਣਾ ਨਾਮ ਅਧੂਰਾ ਸਮਝਦੇ ਹਨ। ਆਪਣੇ ਗੁਰੂ ਦੇ ਹੁਕਮਾਂ ਨੂੰ ਭੁਲਾ ਕੇ 5 ਕਕਾਰਾਂ ਨਾਲ ਸ਼ਿੰਗਾਰੇ ਹੋਏ ਚੜ੍ਹਦੀ ਕਲਾ ਦੇ ਬਾਣੇ, ਧਾਰਮਿਕ ਪਹਿਰਾਵੇ, ਧਾਰਮਿਕ ਸ਼ਿੰਗਾਰ ਵਾਲਿਆਂ ਲਈ ਹੀ ਤਾਂ ਸਤਿਗੁਰਾਂ ਦਾ ਇਹ ਫਰਮਾਨ ਹੈ। ਕਹੈ ਪ੍ਰਭ ਅਵਰ, ਅਵਰ ਕਿਛ ਕੀਜੈ। ਸਭ ਬਾਦ ਸ਼ਿੰਗਾਰ ਫੋਕਟ ਫੁਕਟਈਆ। ਕੀਓ ਸ਼ਿੰਗਾਰ ਮਿਲਨ ਕੈ ਤਾਈ, ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ। ਪੰਨਾ 836। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੈ ਕੋ ਨਾਹੀ ਖਾਲੀ। ਜਿਹੀ ਵਾਸਨਾ ਪਾਏ ਤੇਹੀ ਵਰਤੈ,
ਵਾਸੂ ਵਾਸ ਜਣਾ ਬਣਿਆ। ਪੰਨਾ 118। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪਹਿਲੇ ਕਾਂਡ ਦਾ 24ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।